ਛੁੱਟੀਆਂ ਮਨਾਉਣ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਕੈਨੇਡਾ ਵਾਸੀਆਂ ਨੂੰ ਹਲੂਣਾ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹ ਸਮਾਂ ਦੇਸ਼ ਤੋਂ ਬਾਹਰ ਜਾਣ ਦਾ ਨਹੀਂ। ਪ੍ਰਧਾਨ ਮੰਤਰੀ ਨੇ ਨਵੀਆਂ ਆਵਾਜਾਈ ਬੰਦਿਸ਼ਾਂ ਦਾ ਐਲਾਨ ਕਰਦਿਆਂ ਕੈਨੇਡਾ ਆਉਣ ਵਾਲੇ ਹਰ ਸ਼ਖਸ ਦਾ ਕੋਰੋਨਾ ਟੈਸਟ ਕਰਨ ਅਤੇ ਮੁਸਾਫਰਾਂ ਨੂੰ ਕੁਆਰੰਟੀਨ ਦਾ ਖਰਚਾ ਖੁਦ ਬਰਦਾਸ਼ਤ ਕਰਨ ਦੇ ਹੁਕਮ ਦਿੱਤੇ ਨੇ। We will also, in the coming weeks, be requiring non-essential travelers to show a negative test before entry at the land border with the US, and we're working to stand up additional testing requirements for land travel. ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਆਂ ਆਵਾਜਾਈ ਬੰਦਿਸ਼ਾਂ ਦਾ ਮਕਸਦ ਗੈਰ ਜ਼ਰੂਰੀ ਆਵਾਜਾਈ ਨੂੰ ਰੋਕਣਾ ਹੈ ਤਾਂ ਕਿ ਕੋਰੋਨਾ ਵਾਇਰਸ ਦਾ ਪਸਾਰ ਘਟਾਇਆ ਜਾ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੋਵਿਡ-19 ਕਾਰਨ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਘਰੇਲੂ ਅਤੇ ਕੌਮਾਂਤਰੀ ਸਫ਼ਰ ਬਿਲਕੁਲ ਬੰਦ ਹੋ ਜਾਣਾ ਚਾਹੀਦਾ ਹੈ। ਸਖਤ ਬੰਦਿਸ਼ਾਂ ਰਾਹੀਂ ਅਸੀਂ ਚੰਗੇ ਸਮੇਂ ਵਿੱਚ ਦਾਖਲ ਹੋ ਸਕਦੇ ਹਾਂ ਅਤੇ ਉਦੋਂ ਜਿੱਥੇ ਮਰਜ਼ੀ ਸਫ਼ਰ ਕੀਤਾ ਜਾ ਸਕਦਾ ਹੈ। And now, Canada's air carriers are stepping up to protect Canadians too. The government and Canada's main airlines have agreed to suspend service to sun destinations right away. Air Canada, WestJet, Sunwing, and Air Transat are cancelling air service to all Caribbean destinations and Mexico starting this Sunday up until April 30th. ਟਰੂਡੋ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਸਾਰੇ ਮੁਸਾਫਰਾਂ ਨੂੰ ਕੋਰੋਨਾ ਟੈਸਟ ਮਗਰੋਂ ਸਰਕਾਰ ਦੁਆਰਾ ਪ੍ਰਵਾਨਿਤ ਹੋਟਲ ਵਿੱਚ 3 ਦਿਨ ਕੁਆਰੰਟੀਨ ਰਹਿਣਾ ਹੋਵੇਗਾ ਅਤੇ ਇਹ ਖਰਚਾ ਮੁਸਾਫਰ ਆਪਣੀ ਜੇਬ ਵਿੱਚੋਂ ਅਦਾ ਕਰਨਗੇ। ਇਸ ਦੌਰਾਨ ਹਵਾਈ ਅੱਡੇ ਤੇ ਕੀਤੇ ਗਏ ਕੋਰੋਨਾ ਟੈਸਟ ਦੀ ਰਿਪੋਰਟ ਆ ਜਾਵੇਗੀ। ਪੋਜ਼ਿਟਿਵ ਰਿਪੋਰਟ ਵਾਲੇ ਮੁਸਾਫਰਾਂ ਨੂੰ ਸਰਕਾਰ ਵੱਲੋਂ ਤੈਅਸ਼ੁਦਾ ਇਮਾਰਤਾਂ ਵਿੱਚ ਉਦੋਂ ਤੱਕ ਕੁਆਰੰਟੀਨ ਰੱਖਿਆ ਜਾਵੇਗਾ ਜਦੋਂ ਤੱਕ ਟੈਸਟ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ। Those with negative test results will then be able to quarantine at home under significantly increased surveillance and enforcement. Those with positive tests will be immediately required to quarantine in designated government facilities to make sure they're not carrying variants of potential concern. ਦੂਜੇ ਪਾਸੇ ਨੈਗੇਟਿਵ ਰਿਪੋਰਟ ਵਾਲਿਆਂ ਨੂੰ ਆਪਣੇ ਘਰ ਵਿੱਚ 2 ਹਫ਼ਤੇ ਤੱਕ ਕੁਆਰੰਟੀਨ ਰਹਿਣਾ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਨਵੀਆਂ ਆਵਾਜਾਈ ਬੰਦਿਸ਼ਾਂ ਨਾਲ ਹਰ ਮੁਸਾਫਰ ਤੇ $2,000 ਦਾ ਵਾਧੂ ਆਰਥਿਕ ਬੋਝ ਪੈ ਸਕਦਾ ਹੈ। In addition to the pre-boarding test we already acquire, as soon as possible in the coming weeks, we will be introducing mandatory PCR testing at the airport for people returning to Canada. Travelers will then have to wait for up to 3 days at an approved hotel for their test results at their own expense, which is expected to be more than $2,000. ਇਸੇ ਦਰਮਿਆਨ ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ 35 ਸ਼ਹਿਰਾਂ ਵਿੱਚ ਤਾਇਨਾਤ ਸਕਰੀਨਿੰਗ ਅਫਸਰ ਯਕੀਨੀ ਬਣਾਉਣਗੇ ਕਿ ਮੁਲਕ ਵਿੱਚ ਦਾਖਲ ਹੋਣ ਵਾਲੇ ਮੁਸਾਫਰ ਇਕਾਂਤਵਾਸ ਵਿੱਚ ਹੀ ਰਹਿਣ। ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੁਆਰੰਟੀਨ ਐਕਟ ਅਧੀਨ 6 ਮਹੀਨੇ ਦੀ ਕੈਦ ਜਾਂ $7.5 ਲੱਖ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੁਸਾਫਰਾਂ ਨੂੰ ਰੋਜ਼ਾਨਾ ਆਪਣੀ ਸਿਹਤ ਬਾਰੇ ਰਿਪੋਰਟ ਮੁਹੱਈਆ ਕਰਵਾਉਣੀ ਹੋਵੇਗੀ। ਫੈਡਰਲ ਸਰਕਾਰ ਨੇ ਸਾਫ਼ ਲਫ਼ਜ਼ਾਂ ਵਿੱਚ ਆਖ ਦਿੱਤਾ ਹੈ ਕਿ ਇਸ ਵਾਰ ਬਸੰਤ ਰੁੱਤ ਦੀਆਂ ਛੁੱਟੀਆਂ ਕੈਨੇਡਾ ਵਾਸੀ ਭੁੱਲ ਜਾਣ ਅਤੇ ਘਰਾਂ ਵਿੱਚ ਹੀ ਰਹਿਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਏਅਰ ਕੈਨੇਡਾ, ਵੈਸਟਜੈਟ, ਸਨਵਿੰਗ ਅਤੇ ਏਅਰ ਟ੍ਰਾਂਜ਼ੈਟ ਵੱਲੋਂ ਕੈਰੇਬੀਅਨ ਮੁਲਕਾਂ ਅਤੇ ਮੈਕਸੀਕੋ ਜਾਣ ਵਾਲੀਆਂ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਨੇ। ਫਲਾਈਟਸ ਤੇ ਪਾਬੰਦੀ 30 ਅਪ੍ਰੈਲ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਣ ਵਾਲੇ ਹਵਾਈ ਜਹਾਜ਼ ਵੈਨਕੂਵਰ, ਟੋਰਾਂਟੋ, ਕੈਲਗਰੀ ਅਤੇ ਮੌਂਟਰੀਅਲ ਤੋਂ ਸਿਵਾਏ ਕਿਸੇ ਹਵਾਈ ਅੱਡੇ ਤੇ ਨਹੀਂ ਉਤਰ ਸਕਣਗੇ। ਮੌਜੂਦਾ ਸਮੇਂ ਵਿੱਚ ਕੈਨੇਡਾ ਤੋਂ ਬਾਹਰ ਗਏ ਲੋਕਾਂ ਦੀ ਵਾਪਸੀ ਲਈ 에ਅਰਲਾਈਨਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। On top of these flight cancellations, we're bringing in other measures as well. Starting next week, all international passenger flights must land only at the following 4 airports: Vancouver, Calgary, Toronto, and Montreal.